ਕੈਨੇਡਾ ਗਵਰਨਮੈਂਟ ਦੇ ਵੱਲੋਂ ਕੈਨੇਡਾ ਵਿੱਚ ਆਉਣ ਵਾਲੇ ਟਰੈਵਲਰਸ ਦੇ ਲਈ ਹੁਣ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੀਤਾ ਗਿਆ ਹੈ। ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਚੱਲ ਰਹੀ ਹੈ ਅਤੇ ਕੈਨੇਡਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਕੋਵਿਡ-19 ਕੇਸਿਸ 'ਚ ਹੁੰਦੇ ਵਾਧੇ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਇਹ ਸੰਕੇਤ ਦਿੱਤੇ ਜਾ ਰਹੇ ਸੀ ਕਿ ਜਲਦ ਹੀ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕੀਤਾ ਜਾਵੇਗਾ ਅਤੇ 29 ਜਨਵਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹਨਾਂ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਆਉਣ ਵਾਲੇ ਟਰੈਵਲਰਸ ਲਈ ਜੋ ਨਿਯਮ ਅਤੇ ਸ਼ਰਤਾਂ ਪਹਿਲਾਂ ਤੋਂ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ ਉਹ ਜਾਰੀ ਰਹਿਣਗੇ, ਜਿਵੇਂ ਕਿ ਕੈਨੇਡਾ ਲਈ ਫਲਾਈਟ ਵਿੱਚ ਬੈਠਣ ਤੋਂ ਪਹਿਲਾਂ ਕੋਰੋਨਾ ਵਾਇਰਸ ਟੈਸਟ ਦੀ ਨੈਗੇਟਿਵ ਰਿਪੋਰਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਅਤੇ 14 ਦਿਨ ਦੇ ਲਈ ਕੁਆਰੰਟਾਈਨ ਰਹਿਣਾ ਅਤੇ ਹੋਰ ਨਿਯਮ। ਅਤੇ ਤੁਸੀਂ ਅਗਰ ਕੈਨੇਡਾ ਲਈ ਟਰੈਵਲ ਕਰਨ ਵਾਲੇ ਹੋ ਤਾਂ ਸਾਡੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਕੈਨੇਡਾ ਸਰਕਾਰ ਦੀ ਵੈਬਸਾਈਟ ਉੱਤੇ ਵਿਜ਼ਿਟ ਕਰਕੇ ਨਿਯਮ ਅਤੇ ਸ਼ਰਤਾਂ ਦੇ ਬਾਰੇ ਜਾਣਕਾਰੀ ਨੂੰ ਜ਼ਰੂਰ ਚੈੱਕ ਕਰ ਲਵੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਨਵੀਆਂ ਟਰੈਵਲ ਰੈਸਟ੍ਰਿਕਸ਼ਨ ਦੇ ਕੀਤੇ ਗਏ ਐਲਾਨ ਦੇ ਬਾਅਦ ਹੈਲਥ ਕੈਨੇਡਾ ਵੱਲੋਂ ਵੀ ਆਪਣੇ ਟਵਿੱਟਰ ਅਕਾਊਂਟ ਉੱਪਰ ਅਪਡੇਟ ਸ਼ੇਅਰ ਕੀਤੀ ਗਈ ਹੈ। ਹੈਲਥ ਕੈਨੇਡਾ ਨੇ ਪਹਿਲੇ ਟਵੀਟ ਵਿੱਚ ਕਿਹਾ ਹੈ ਕਿ ਗਵਰਨਮੈਂਟ ਆਫ ਕੈਨੇਡਾ ਨੇ ਅੱਜ ਕੈਨੇਡਾ ਆਉਣ ਵਾਲੇ ਟਰੈਵਲਰਸ ਦੇ ਲਈ ਨਵੀਆਂ ਟੈਸਟਿੰਗ ਅਤੇ ਕੁਆਰੰਟਾਈਨ ਰਿਕੁਆਇਰਮੈਂਟਸ ਦਾ ਐਲਾਨ ਕੀਤਾ ਹੈ। ਤੁਸੀਂ ਸਕਰੀਨ ਉੱਤੇ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ ਟਵੀਟ ਵੀ ਦੇਖ ਸਕਦੇ ਹੋ ਅਤੇ ਨਾਲ ਹੀ ਹੈਲਥ ਕੈਨੇਡਾ ਵੱਲੋਂ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ ਟਵੀਟ ਦੇ ਵਿੱਚ। ਦੂਸਰੇ ਟਵੀਟ ਵਿੱਚ ਇਹ ਕਿਹਾ ਗਿਆ ਹੈ ਕਿ ਅੱਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੈਨੇਡਾ ਆਉਣ ਵਾਲੇ ਟਰੈਵਲਰਸ ਨੂੰ ਕੈਨੇਡਾ ਪਹੁੰਚਣ ਉੱਤੇ ਕੋਵਿਡ-19 ਟੈਸਟ ਕਰਵਾਉਣਾ ਪਵੇਗਾ, ਉਹ ਵੀ ਆਪਣੇ ਖਰਚੇ ਉੱਤੇ। ਤੀਸਰੇ ਟਵੀਟ ਦੇ ਵਿੱਚ ਹੈਲਥ ਕੈਨੇਡਾ ਨੇ ਕਿਹਾ ਹੈ ਕਿ ਟਰੈਵਲਰਸ ਨੂੰ ਗਵਰਨਮੈਂਟ ਆਫ ਕੈਨੇਡਾ ਵੱਲੋਂ ਅਪਰੂਵਡ ਹੋਟਲ ਦੇ ਵਿੱਚ ਰੂਮ ਬੁੱਕ ਕਰਨਾ ਪਵੇਗਾ 3 ਦਿਨ ਦੇ ਲਈ ਤਾਂ ਕਿ ਉਹਨਾਂ ਦੇ ਟੈਸਟ ਰਿਜ਼ਲਟ ਦਾ ਇੰਤਜ਼ਾਰ ਕੀਤਾ ਜਾ ਸਕੇ ਅਤੇ ਹੋਟਲ ਦੇ ਵਿੱਚ ਰਹਿਣ ਦਾ ਖਰਚਾ ਵੀ ਟਰੈਵਲਰ ਨੂੰ ਖੁਦ ਹੀ ਪੇ ਕਰਨਾ ਪਵੇਗਾ। ਚੌਥੇ ਟਵੀਟ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਨਵੇਂ ਮੈਜਰਸ ਮਤਲਬ ਕਿ ਰੂਲਸ ਉਹਨਾਂ ਨਿਯਮਾਂ ਵਿੱਚ ਵਾਧਾ ਹੈ, ਜਿਵੇਂ ਕਿ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਤੁਹਾਡੇ ਕੋਲ ਜ਼ਰੂਰੀ ਹੈ ਕੈਨੇਡਾ ਲਈ ਫਲਾਈਟ ਵਿੱਚ ਬੈਠਣ ਤੋਂ ਪਹਿਲਾਂ ਅਤੇ ਨਾਲ ਹੀ ਟਵੀਟ ਦੇ ਵਿੱਚ ਲਿੰਕ ਵੀ ਦਿੱਤਾ ਗਿਆ ਹੈ। ਇਹ ਸਨ ਹੈਲਥ ਕੈਨੇਡਾ ਵੱਲੋਂ ਕੀਤੇ ਗਏ 4 ਟਵੀਟ ਜਿਨ੍ਹਾਂ ਜ਼ਰੀਏ ਹੈਲਥ ਕੈਨੇਡਾ ਵੱਲੋਂ ਟਰੈਵਲ ਰੈਸਟ੍ਰਿਕਸ਼ਨਸ ਦੇ ਬਾਰੇ ਅਪਡੇਟ ਸ਼ੇਅਰ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਇਹਨਾਂ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ ਦੇ ਬਾਰੇ ਐਲਾਨ ਕਰਦੇ ਹੋਏ ਹੋਰ ਕੀ ਕਿਹਾ, ਤੁਸੀਂ ਵੀ ਦੇਖੋ। We all need to do our part to keep ourselves, our loved ones, and our neighbors safe. That's every person, every business working together. And now, Canada's air carriers are stepping up to protect Canadians too. The government and Canada's main airlines have agreed to suspend service to sun destinations right away. Air Canada, WestJet, Sunwing, and Air Transat are cancelling air service to all Caribbean destinations and Mexico starting this Sunday up until April 30th. They will be making arrangements with their customers who are currently on a trip in these regions to organize their return flights. I'd like to acknowledge the leadership of Air Canada, WestJet, Sunwing, and Air Transat in making this commitment to suspend flights and be such strong partners in the fight to curb the spread of COVID-19 and its variants. We appreciate the work the Canadian Airlines and their frontline workers have done to make air travel safer and to bring Canadians home when this pandemic struck last spring. With the challenges we currently face with COVID-19, both here at home and abroad, we all agree that now is just not the time to be flying. By putting in place these tough measures now, we can look forward to a better time when we can all plan those vacations. Our government is committed to the safe restart and recovery of the Canadian travel and tourism sector as soon as conditions approve, ideally later this year. As part of this effort, the Government of Canada has committed to work with the major airlines on the future relationship between testing and quarantine requirements. This will enable the safe, gradual return to international air travel grounded in science and evidence. On top of these flight cancellations, we're bringing in other measures as well. Starting next week, all international passenger flights must land only at the following 4 airports: Vancouver, Calgary, Toronto, and Montreal. In addition to the pre-boarding test we already acquire, as soon as possible in the coming weeks, we will be introducing mandatory PCR testing at the airport for people returning to Canada. Travelers will then have to wait for up to 3 days at an approved
hotel for their test results at their own expense, which is expected to be more than $2,000. Those with negative test results will then be able to quarantine at home under significantly increased surveillance and enforcement. Those with positive tests will be immediately required to quarantine in designated government facilities to make sure they're not carrying variants of potential concern. We will also, in the coming weeks, be requiring non-essential travelers to show a negative test before entry at the land border with the U.S., and we're working to stand up additional testing requirements for land travel.